ਜਪਜੀ ਸਾਹਿਬ ਸਿੱਖ ਧਰਮ ਦੀ ਇੱਕ ਬਹੁਤ ਹੀ ਖਾਸ ਬੁਨਿਆਦੀ ਬਾਣੀ ਹੈ। ਪਰ ਕਦੇ ਸੋਚਿਆ ਹੈ ਕਿ ਇਸ ਦਾ ਪਾਠ ਕਰਨ ਲਈ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਖੈਰ, ਅੱਜ ਅਸੀਂ ਇਸੇ ਸਵਾਲ ਦੀ ਤਹਿ ਤੱਕ ਜਾਵਾਂਗੇ। ਆਓ ਮਿਲ ਕੇ ਜਪਜੀ ਸਾਹਿਬ ਪਾਠ ਦਾ ਸਮਾਂ ਦੇ ਇਸ ਵਿਸ਼ੇ ਨੂੰ ਸਮਝੀਏ। ਤਾਂ ਸਵਾਲ ਬਹੁਤ ਸਿੱਧਾ ਜਿਹਾ ਹੈ। ਜਪਜੀ ਸਾਹਿਬ ਦਾ ਪਾਠ ਆਖਿਰ ਕਦੋਂ ਕੀਤਾ ਜਾਣਾ ਚਾਹੀਦਾ ਹੈ? ਦੇਖਣ ਨੂੰ ਇਹ ਸਵਾਲ ਬੜਾ ਸੌਖਾ ਲੱਗਦਾ ਹੈ, ਪਰ ਇਸ ਦਾ ਜਵਾਬ ਸਿੱਖ ਰੂਹਾਨੀਅਤ ਦੀਆਂ ਡੂੰਘੀਆਂ ਪਰਤਾਂ ਵਿੱਚ ਲੁਕਿਆ ਹੋਇਆ ਹੈ। ਇਸ ਜਵਾਬ ਨੂੰ ਲੱਭਣ ਲਈ ਆਓ ਦੇਖੀਏ ਕਿ ਸਾਡਾ ਸਫ਼ਰ ਕਿਵੇਂ ਅੱਗੇ ਵਧੇਗਾ। ਪਹਿਲਾਂ ਅਸੀਂ ਸਵਾਲ ਦੀ ਜੜ ਨੂੰ ਸਮਝਾਂਗੇ, ਫਿਰ ਅੰਮ੍ਰਿਤ ਵੇਲੇ ਦੇ ਸੰਕਲਪ ਨੂੰ ਖੋਲਾਂਗੇ, ਗੁਰਮਤਿ ਵਿੱਚੋਂ ਇਸ ਦੇ ਸਬੂਤ ਦੇਖਾਂਗੇ, ਅੰਮ੍ਰਿਤ ਸੰਚਾਰ ਵਿੱਚ ਇਸ ਦੀ ਕੀ ਅਹਿਮੀਅਤ ਹੈ ਇਹ ਜਾਣਾਂਗੇ, ਅਤੇ ਅਖੀਰ ਵਿੱਚ ਸਮਝਾਂਗੇ ਕਿ ਇਹ ਅਭਿਆਸ ਇੰਨਾ ਜ਼ਰੂਰੀ ਹੈ ਕਿਉਂ। ਤਾਂ ਚਲੋ ਸਭ ਤੋਂ ਪਹਿਲਾਂ ਇਸ ਸਵਾਲ ਦੀ ਗਹਿਰਾਈ ਨੂੰ ਸਮਝਦੇ ਹਾਂ। ਜਪਜੀ ਸਾਹਿਬ ਦਾ ਪਾਠ ਕਦੋਂ ਕਰਨਾ ਹੈ? ਇਹ ਸਿਰਫ ਇੱਕ ਰਸਮ ਜਾਂ ਰਿਵਾਜ ਦੀ ਗੱਲ ਨਹੀਂ, ਬਿਲਕੁਲ ਨਹੀਂ। ਇਹ ਤਾਂ ਸਿੱਖ ਜੀਵਨ ਜਾਂਚ ਦੇ ਅਨੁਸ਼ਾਸਨ ਅਤੇ ਰੂਹਾਨੀ ਸਫ਼ਰ ਨਾਲ ਸਿੱਧਾ ਜੁੜਿਆ ਹੋਇਆ ਮਸਲਾ ਹੈ। ਤਾਂ ਫਿਰ ਇਸ ਵੱਡੇ ਸਵਾਲ ਦਾ ਜਵਾਬ ਕੀ ਹੈ? ਖੈਰ, ਜਵਾਬ ਬਿਲਕੁਲ ਸਾਫ਼ ਅਤੇ ਸਪਸ਼ਟ ਹੈ। ਅੰਮ੍ਰਿਤ ਵੇਲਾ। ਹਾਂਜੀ, ਇਹ ਉਹ ਖਾਸ ਸਮਾਂ ਹੈ ਜਿਹੜਾ ਰੋਜ਼ਾਨਾ ਪਾਠ ਲਈ ਨਿਰਧਾਰਿਤ ਕੀਤਾ ਗਿਆ ਹੈ। ਅੰਮ੍ਰਿਤ ਵੇਲਾ ਸਿਰਫ ਦਿਨ ਦਾ ਕੋਈ ਹਿੱਸਾ ਨਹੀਂ, ਸਗੋਂ ਇਹ ਤਾਂ ਸਿੱਖ ਅਧਿਆਤਮਿਕ ਅਭਿਆਸ ਦਾ ਇੱਕ ਕੇਂਦਰੀ ਥੰਮ ਹੈ ਅਤੇ ਇਸੇ ਖਾਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਨ ਦੀ ਪਰੰਪਰਾ ਸਥਾਪਿਤ ਹੈ। ਤਾਂ ਇਹ ਅੰਮ੍ਰਿਤ ਵੇਲਾ ਹੈ ਕੀ ਹੈ? ਆਖਿਰ ਇਸ ਦਾ ਸ਼ਾਬਦਿਕ ਅਰਥ ਹੈ ਅੰਮ੍ਰਿਤ ਦੇ ਘੰਟੇ ਜਾਂ ਅੰਮ੍ਰਿਤ ਦਾ ਸਮਾਂ। ਇਹ ਰਾਤ ਦਾ ਆਖਰੀ ਪਹਿਰ ਹੁੰਦਾ ਹੈ, ਮਤਲਬ ਕਿ ਸੂਰਜ ਚੜ੍ਹਨ ਤੋਂ ਲਗਭਗ 3 ਘੰਟੇ ਪਹਿਲਾਂ ਦਾ ਸਮਾਂ। ਪਰ ਕੀ ਇਹ ਸਿਰਫ ਇੱਕ ਪਰੰਪਰਾ ਹੈ ਜਾਂ ਇਸ ਦਾ ਕੋਈ ਠੋਸ ਪ੍ਰਮਾਣ ਵੀ ਹੈ? ਬਿਲਕੁਲ ਹੈ। ਆਓ ਹੁਣ ਸਿੱਖ ਧਰਮ ਗ੍ਰੰਥਾਂ ਅਤੇ ਮਰਿਆਦਾ ਦੇ ਖਜ਼ਾਨੇ ਵਿੱਚੋਂ ਇਸ ਦੇ ਸਬੂਤ ਲੱਭਦੇ ਹਾਂ। ਦੇਖੋ, ਸਭ ਤੋਂ ਵੱਡਾ ਤੇ ਪੱਕਾ ਪ੍ਰਮਾਣ ਸਾਨੂੰ ਮਿਲਦਾ ਹੈ ਸਿੱਖ ਰਹਿਤ ਮਰਿਆਦਾ ਤੋਂ, ਜੋ ਸਿੱਖਾਂ ਲਈ ਇੱਕ ਤਰ੍ਹਾਂ ਦੀ ਅਧਿਕਾਰਿਤ ਆਚਾਰ ਸੰਹਿਤਾ ਹੈ। ਇਸ ਵਿੱਚ ਬਿਲਕੁਲ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾ ਨੰਬਰ ਸ਼੍ਰੀ ਜਪਜੀ ਸਾਹਿਬ ਦਾ ਹੈ। ਇਸੇ ਵਿਚਾਰ ਨੂੰ ਹੋਰ ਪੱਕਾ ਕਰਦਾ ਹੈ ਇਹ ਕਥਨ, ਜੋ ਦੱਸਦਾ ਹੈ ਕਿ ਇੱਕ ਸਿੱਖ ਦੀ ਸਵੇਰ ਕਿਵੇਂ ਸ਼ੁਰੂ ਹੋਣੀ ਚਾਹੀਦੀ ਹੈ। ਜੋ ਆਪਣੇ ਆਪ ਨੂੰ ਸਤਿਗੁਰੂ ਦਾ ਸਿੱਖ ਅਖਵਾਉਂਦਾ ਹੈ, ਉਸ ਨੂੰ ਸਵੇਰੇ ਜਲਦੀ ਉੱਠ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਗੱਲ ਬਿਲਕੁਲ ਸਪਸ਼ਟ ਹੈ। ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ, ਸਗੋਂ ਸਵੇਰ ਦੇ ਇਸ ਅਭਿਆਸ ਤੇ ਜ਼ੋਰ ਤੁਹਾਨੂੰ ਪੁਰਾਣੇ ਗ੍ਰੰਥਾਂ ਵਿੱਚ ਵੀ ਬਾਰ-ਬਾਰ ਮਿਲੇਗਾ। ਇਹ ਸਿੱਖ ਸਿੱਖਿਆਵਾਂ ਦੀ ਨੀਂਹ ਦਾ ਇੱਕ ਬਹੁਤ ਹੀ ਅਹਿਮ ਪੱਥਰ ਹੈ। ਇਸ ਪਰੰਪਰਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ, ਜਿਵੇਂ ਕਿ ਇੱਥੇ ਦੇਖਿਆ ਜਾ ਸਕਦਾ ਹੈ। ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਅਤੇ ਹੋਰ ਇਤਿਹਾਸਿਕ ਟੀਕਿਆਂ ਵਰਗੇ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਵੇਰ ਦਾ ਸਮਾਂ ਚਿੰਤਨ ਅਤੇ ਅਰਦਾਸ ਲਈ ਸਦੀਆਂ ਤੋਂ ਕਿੰਨਾ ਮਹੱਤਵਪੂਰਨ ਰਿਹਾ ਹੈ। ਠੀਕ ਹੈ, ਇਹ ਤਾਂ ਸਮਝ ਆ ਗਿਆ ਕਿ ਅੰਮ੍ਰਿਤ ਵੇਲੇ ਪਾਠ ਕਰਨਾ ਹੈ, ਪਰ ਕਿਉਂ? ਇਸੇ ਸਮੇਂ ਵਿੱਚ ਇੰਨੀ ਖਾਸ ਗੱਲ ਕੀ ਹੈ? ਇਸ ਨੂੰ ਇੰਨਾ ਆਦਰਸ਼ ਕਿਉਂ ਮੰਨਿਆ ਜਾਂਦਾ ਹੈ? ਇਸ ਦੇ ਪਿੱਛੇ ਕਈ ਡੂੰਘੇ ਕਾਰਨ ਨੇ। ਸਭ ਤੋਂ ਪਹਿਲਾਂ ਸੋਚ ਕੇ ਦੇਖੋ, ਉਸ ਵੇਲੇ ਦੁਨੀਆ ਕਿੰਨੀ ਸ਼ਾਂਤ ਹੁੰਦੀ ਹੈ। ਕੋਈ ਸ਼ੋਰ ਸ਼ਰਾਬਾ ਨਹੀਂ, ਜਿਸ ਕਰਕੇ ਮਨ ਨੂੰ ਇਕਾਗਰ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਨਾਲ ਹੀ ਵਾਯੂਮੰਡਲ ਦਿਨ ਭਰ ਦੀ ਭੱਜ-ਦੌੜ ਅਤੇ ਮਾਨਸਿਕ ਕਲੇਸ਼ ਤੋਂ ਮੁਕਤ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਦੁਨੀਆ ਭਰ ਦੇ ਹੋਰ ਰੂਹਾਨੀ ਪਾਂਦੀ ਵੀ ਸਿਮਰਨ ਕਰ ਰਹੇ ਹੁੰਦੇ ਨੇ, ਜਿਸ ਨਾਲ ਇੱਕ ਸਾਂਝੀ ਬ੍ਰਹਮ ਊਰਜਾ ਬਣਦੀ ਹੈ। ਇਸੇ ਲਈ ਇਹ ਪਰਮਾਤਮਾ ਨਾਲ ਜੁੜਨ ਲਈ ਸਭ ਤੋਂ ਸ਼ਕਤੀਸ਼ਾਲੀ ਸਮਾਂ ਮੰਨਿਆ ਗਿਆ ਹੈ। ਪਰ ਰੁਕੋ, ਜਪਜੀ ਸਾਹਿਬ ਦੀ ਗੱਲ ਸਿਰਫ ਰੋਜ਼ਾਨਾ ਅਭਿਆਸ ਤੱਕ ਹੀ ਖਤਮ ਨਹੀਂ ਹੁੰਦੀ। ਇਸ ਦਾ ਮਹੱਤਵ ਇਸ ਤੋਂ ਵੀ ਕਿਤੇ ਵੱਧ ਹੈ, ਖਾਸ ਕਰਕੇ ਸਿੱਖ ਧਰਮ ਦੀਆਂ ਸਭ ਤੋਂ ਅਹਿਮ ਰਸਮਾਂ ਵਿੱਚੋਂ ਇੱਕ ਵਿੱਚ। ਖਾਸ ਤੌਰ ਤੇ ਸਿੱਖਾਂ ਦੇ ਸਭ ਤੋਂ ਅਹਿਮ ਸੰਸਕਾਰ ਯਾਨੀ ਅੰਮ੍ਰਿਤ ਸੰਚਾਰ ਵਿੱਚ ਜਪਜੀ ਸਾਹਿਬ ਦਾ ਪਾਠ ਇੱਕ ਬਹੁਤ ਹੀ ਅਹਿਮ ਅਤੇ ਕੇਂਦਰੀ ਹਿੱਸਾ ਹੈ। ਇਸ ਤੋਂ ਬਿਨਾਂ ਇਹ ਰਸਮ ਅਧੂਰੀ ਹੈ। ਅਤੇ ਸਾਰਾ ਸੰਕਲਪ ਜੁੜਿਆ ਹੋਇਆ ਹੈ ਨਿਤਨੇਮ ਨਾਲ। ਨਿਤਨੇਮ ਯਾਨੀ ਇੱਕ ਸਿੱਖ ਦਾ ਰੋਜ਼ ਦਾ ਨੇਮ ਜਾਂ ਰੋਜ਼ਾਨਾ ਦਾ ਅਨੁਸ਼ਾਸਨ। ਜਿਹੜੇ ਸਿੱਖ ਅੰਮ੍ਰਿਤ ਛਕਦੇ ਨੇ, ਉਹ ਹਰ ਰੋਜ਼ 5 ਬਾਣੀਆਂ ਦਾ ਪਾਠ ਕਰਨ ਦਾ ਪ੍ਰਣ ਲੈਂਦੇ ਨੇ। ਤਾਂ ਸਵੇਰ ਦਾ ਨਿਤਨੇਮ ਸ਼ੁਰੂ ਹੀ ਜਪਜੀ ਸਾਹਿਬ ਨਾਲ ਹੁੰਦਾ ਹੈ, ਜਿਸ ਨੂੰ ਪਰਮਾਤਮਾ ਦੇ ਗਿਆਨ ਦੀ ਨੀਂਹ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜਾਪ ਸਾਹਿਬ ਅਤੇ ਫਿਰ 10 ਸਵਈਏ ਪੜ੍ਹੇ ਜਾਂਦੇ ਹਨ। ਇਹ ਤਿੰਨੇ ਬਾਣੀਆਂ ਮਿਲ ਕੇ
ਸਵੇਰ ਦੇ ਅਧਿਆਤਮਿਕ ਅਭਿਆਸ ਦਾ ਆਧਾਰ ਬਣਦੀਆਂ ਹਨ। ਤਾਂ ਫਿਰ ਇਸ ਸਾਰੀ ਵਿਚਾਰ ਚਰਚਾ ਦਾ ਸਾਰ ਕੀ ਨਿਕਲਦਾ ਹੈ? ਆਓ ਹੁਣ ਇਸ ਅਭਿਆਸ ਦੀ ਅਸਲ ਮਹੱਤਤਾ ਨੂੰ ਸਮਝਦੇ ਹੋਏ ਸਮਾਂ, ਅਨੁਸ਼ਾਸਨ ਅਤੇ ਰੂਹਾਨੀ ਤਰੱਕੀ ਦੇ ਇਸ ਡੂੰਘੇ ਰਿਸ਼ਤੇ ਨੂੰ ਜੋੜ ਕੇ ਵੇਖੀਏ। ਦੇਖੋ, ਅਸਲ ਸ਼ਕਤੀ ਇਸ ਗੱਲ ਵਿੱਚ ਹੈ ਕਿ ਬਾਣੀ ਦਾ ਪਾਠ ਕਦੋਂ ਕੀਤਾ ਜਾ ਰਿਹਾ ਹੈ ਅਤੇ ਕਿਸ ਅਨੁਸ਼ਾਸਨ ਨਾਲ। ਜਦੋਂ ਅੰਮ੍ਰਿਤ ਵੇਲੇ ਦਾ ਸਹੀ ਸਮਾਂ ਅਤੇ ਨਿਤਨੇਮ ਦੀ ਪੱਕੀ ਵਚਨਬੱਧਤਾ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਤਾਂ ਸਮਝੋ ਰੂਹਾਨੀ ਤਰੱਕੀ ਦਾ ਰਾਹ ਆਪਣੇ ਆਪ ਖੁੱਲ ਜਾਂਦਾ ਹੈ। ਅਤੇ ਇਸ ਸਾਰੇ ਅਨੁਸ਼ਾਸਨ ਦਾ ਮਕਸਦ ਕੀ ਹੈ? ਇਸ ਦਾ ਅੰਤਿਮ ਟੀਚਾ ਸਾਨੂੰ ਇਸ ਕਥਨ ਵਿੱਚ ਮਿਲਦਾ ਹੈ, ਉਹ ਸਿੱਖ ਜੋ ਹਰ ਪਲ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਤੇ ਕੇਂਦਰਿਤ ਰੱਖਦਾ ਹੈ, ਉਹ ਸਤਿਗੁਰੂ ਨੂੰ ਪਿਆਰਾ ਹੈ। ਇਹੀ ਉਹ ਅਵਸਥਾ ਹੈ ਜਿੱਥੇ ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਇੱਕ ਹੋਣ ਦਾ ਮਾਰਗ ਮਿਲ ਜਾਂਦਾ ਹੈ। ਸੋ ਗੱਲ ਸਾਫ਼ ਹੈ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਿਰਫ ਇੱਕ ਰਸਮ ਨਹੀਂ, ਬਲਕਿ ਇਹ ਅਧਿਆਤਮਿਕ ਅਨੁਸ਼ਾਸਨ ਦਾ ਇੱਕ ਅਜਿਹਾ ਬੁਨਿਆਦੀ ਕਾਰਜ ਹੈ ਜਿਸ ਦਾ ਮਕਸਦ ਸਾਨੂੰ ਸਿੱਧਾ ਉਸ ਪਰਮਾਤਮਾ ਦੇ ਹੋਰ ਨੇੜੇ ਲਿਜਾਣਾ। ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ, ਕਿਵੇਂ ਅਨੁਸ਼ਾਸਨ ਅਤੇ ਸਹੀ ਸਮੇਂ ਦੀ ਚੋਣ ਕਿਸੇ ਵੀ ਅਧਿਆਤਮਿਕ ਅਭਿਆਸ ਦੀ ਪੂਰੀ ਕਾਇਆ-ਕਲਪ ਕਰ ਸਕਦੇ ਹਨ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਉਹਨਾਂ ਦੇ ਸਾਡੇ ਆਤਮਿਕ ਜੀਵਨ ਤੇ ਪੈਣ ਵਾਲੇ ਪ੍ਰਭਾਵ ਬਾਰੇ ਗਹਿਰਾਈ ਨਾਲ ਸੋਚਣ ਲਈ ਪ੍ਰੇਰਿਤ ਕਰਦਾ ਹੈ।